ਹੁਣ ਬੋਲਣਾ ਹੈ ਪਰਮਾਤਮਾ ਦੀ ਅਕਲ ਨਾਲ, ਹੁਣ ਵੇਖਣਾ ਹੈ ਪਰਮਾਤਮਾ ਦੀ ਮਤ ਨਾਲ, ਹੁਣ ਖਾਣਾ ਪੀਣਾ ਹੈ ਪਰਮਾਤਮਾ ਦੀ ਮਤ ਨਾਲ, ਹੁਣ ਜੀਵਣਾ ਹੈ ਪਰਮਾਤਮਾ ਦੀ ਮਤ ਨਾਲ, ਹੁਣ ਹੱਸਣਾ ਤੇ ਰੋਣਾ ਹੈ ਪਰਮਾਤਮਾ ਦੀ ਮਤ ਨਾਲ, ਹੁਣ ਜੀਵਣਾ ਤੇ ਮਰਨਾ ਹੈ ਪਰਮਾਤਮਾ ਦੀ ਮਤ ਨਾਲ। ਕੁਝ ਤਾਰਕਿਕ ਲੋਕਾਂ ਨੇ ਕਬੀਰ ਨੂੰ ਕਿਹਾ ਵੀ ਤੈਨੂੰ ਕਦੀ ਮਸਜਿਦ ਦੇ 'ਚ ਨਹੀਂ ਦੇਖਿਆ, ਤੂੰ ਨਮਾਜ਼ ਪੜ੍ਹਨ ਨਹੀਂ ਆਉਂਦਾ। ਆਪ ਨੂੰ ਸ਼ਾਇਦ ਪਤਾ ਹੋਵੇ ਕਬੀਰ ਦੇ ਮਾਤਾ ਪਿਤਾ ਨੇ ਇਸਲਾਮ ਕਬੂਲ ਕਰ ਲਿਆ ਸੀ। ਕਬੀਰ ਨਾਮ ਵੀ ਇਸਲਾਮੀ ਹੈ, ਅਰਬੀ ਦਾ ਸ਼ਬਦ ਹੈ, ਤੁਹਾਨੂੰ ਪਤਾ ਹੈ। ਕਬੀਰ ਕੌਣ ਹੈ, ਇਹਦੀ ਜਾਣਕਾਰੀ ਸਾਨੂੰ ਰਵਿਦਾਸ ਦਿੰਦੇ ਨੇ, ਨਾਮਦੇਵ ਦਿੰਦੇ ਨੇ। ਜਿਤਨੇ ਭਗਤ ਬੈਠੇ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ 'ਚ, ਇੱਕ ਦੂਜੇ ਦਾ ਜ਼ਿਕਰ ਕਰਦੇ ਨੇ। ਇਸ ਤੋਂ ਮੈਨੂੰ ਇਹ ਸਮਝ ਮਿਲੀ ਇਹ ਸਾਰੇ ਸਮਕਾਲੀ ਹੋਏ ਨੇ, ਇੱਕੋ ਹੀ ਵਕਤ ਵਿੱਚ ਹੋਏ ਨੇ। ਨਾਮਦੇਵ ਕਬੀਰ ਦਾ ਜ਼ਿਕਰ ਕਰਦੇ ਨੇ, ਕਬੀਰ ਨਾਮਦੇਵ ਦਾ ਜ਼ਿਕਰ ਕਰਦਾ ਹੈ। ਰਵਿਦਾਸ ਕਬੀਰ ਦਾ ਜ਼ਿਕਰ ਕਰਦੇ ਨੇ, ਕਬੀਰ ਰਵਿਦਾਸ ਦਾ ਜ਼ਿਕਰ ਕਰਦਾ ਹੈ। ਨਾਮਦੇਵ ਤ੍ਰਿਲੋਚਨ ਦਾ ਜ਼ਿਕਰ ਕਰਦੇ ਨੇ, ਤ੍ਰਿਲੋਚਨ ਨਾਮਦੇਵ ਦਾ ਜ਼ਿਕਰ ਕਰਦਾ ਹੈ। ਇਹ ਸਾਰੇ ਇੱਕ ਦੂਜੇ ਦਾ ਨਾਂ ਲੈਂਦੇ ਨੇ ਆਪਣੀ ਬਾਣੀ 'ਚ। ਇਸ ਤੋਂ ਇਹ ਸਮਝ ਮਿਲੀ ਕਰੀਬਨ ਇਹ ਸਾਰੇ ਸਮਕਾਲੀ ਨੇ। ਉਮਰ ਦਾ ਹੀ ਥੋੜਾ ਜਿਹਾ ਭੇਦ ਹੋਵੇਗਾ, 2-4 ਸਾਲ, 8-10 ਸਾਲ ਦਾ, ਪਰ ਹੋਏ ਸਾਰੇ ਇੱਕੋ ਹੀ ਸਮੇਂ ਨੇ। ਚਲੋ ਇੱਕ ਪੁਖਤਾ ਸਬੂਤ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਕਬੀਰ ਦਾ ਇੱਕ ਸ਼ਲੋਕ, ਹਰ ਸੋ ਹੀਰਾ ਛਾੜ ਕੇ करे आन की आस, ते नर दोजक जाएंगे सत भाखे रविदास। ਇਹ ਸ਼ਲੋਕ ਕਬੀਰ ਦਾ ਹੈ, ਕਬੀਰ ਦੇ ਸ਼ਲੋਕਾਂ ਦੇ 'ਚ ਹੈ। ਕਬੀਰ ਕਹਿ ਰਹੇ ਨੇ, ਰਵਿਦਾਸ ਬਿਲਕੁਲ ਠੀਕ ਕਹਿ ਰਿਹਾ ਹੈ, ਇਹਦੀ ਗੱਲ ਮੰਨ ਲਓ। ਤਸਦੀਕ ਕਰ ਰਹੇ ਨੇ। ਕਬੀਰ ਰਵਿਦਾਸ ਦੀ ਹਾਂ ਦੇ 'ਚ ਹਾਂ ਮਿਲਾ ਰਹੇ ਨੇ। ਤੇ ਰਵਿਦਾਸ ਆਪਣੀ ਬਾਣੀ 'ਚ ਕਬੀਰ ਦਾ ਜ਼ਿਕਰ ਕਰਦੇ ਨੇ। ਨਾਮਦੇਵ ਕਬੀਰ ਤਿਲੋਚਨ ਸਦਣਾ ਸੈਨ ਤਰੇ, ਕਹਿ ਰਵਿਦਾਸ ਸੁਨੋਰੇ ਸੰਤੋ ਅਰਜੀ ਤੇ ਸਭੇ ਸਰੇ। ਇਹ ਦੋਹਾਂ ਦੇ ਸਮਕਾਲੀ ਹੋਣ ਦਾ ਸਭ ਤੋਂ ਵੱਡਾ ਸਬੂਤ ਮਿਲ ਗਿਆ। ਕਬੀਰ ਆਪਣੀ ਬਾਣੀ 'ਚ ਰਵਿਦਾਸ ਦਾ ਜ਼ਿਕਰ ਕਰਦਾ ਹੈ, ਰਵਿਦਾਸ ਆਪਣੀ ਬਾਣੀ 'ਚ ਕਬੀਰ ਦਾ ਜ਼ਿਕਰ ਕਰਦਾ ਹੈ। ਫਿਰ ਰਵਿਦਾਸ ਇਹ ਦੱਸਦੇ ਨੇ, ਤੁਹਾਨੂੰ ਪਤਾ ਹੈ ਕਬੀਰ ਕੌਣ ਹੈ? ਇਹ ਕੌਣ ਹੈ? तो बड़ी कीमतियां पंक्तियां ने मैं थोड़े सामने रखा। जाके ईद बकरीद कुल गौ बद करे, मानिए शेख शहीद पीरा, जाके बाप ऐसी करी पूत ऐसी श्री, तेहूं रे लोक प्रसिद्ध कबीरा। जिन्होंने कदी लड़ीवार धन गुरु ग्रंथ साहब जी महाराज की बाणी का पाठ किया होगा, उन्होंने दे सामने पंक्तियां आईयां होणगीਆਂ। ਜਾਂਕੇ ਈਦ ਬਕਰੀਦ ਕੁੱਲ ਗਊ ਬਧ ਕਰੇ, ਜਿਹਦੇ ਘਰ ਦੇ 'ਚ ਬਕਰੀਦ ਮਨਾਈ ਜਾਂਦੀ ਸੀ ਔਰ ਉਸ ਦਿਨ ਗਊ ਜ਼ਬਾ ਕੀਤੀ ਜਾਂਦੀ ਸੀ। ਮਾਨੀਏ ਸ਼ੇਖ ਸ਼ਹੀਦ ਪੀਰਾ, ਮਜ਼ਾਰਾਂ ਤੇ ਚਦਰਾਂ ਚੜਾਈਆਂ ਜਾਂਦੀਆਂ ਸਨ, ਸ਼ੀਰਨੀਆਂ ਵੰਡੀਆਂ ਜਾਂਦੀਆਂ ਸਨ। ਜਾਂਕੇ ਬਾਪ ਐਸੀ ਕਰੀ, ਪਿਓ ਤੇ ਇਹੀ ਕੁਝ ਕਰਦਾ ਸੀ, ਕਬੀਰ ਦਾ ਪਿਤਾ ਤੇ ਇਹੀ ਕੁਝ ਕਰਦਾ ਸੀ। ਜਾਂਕੇ ਬਾਪ ਐਸੀ ਕਰੀ ਪੂਤ ਐਸੀ ਸਰੀ, ਤੇ ਹੂਰੇ ਲੋਕ ਪ੍ਰਸਿੱਧ ਕਬੀਰਾ। ਲੇਕਿਨ ਪੁੱਤਰ ਨਹੀਂ ਕਰਦਾ। ਕਿਉਂ? ਪੁੱਤਰ ਦੇ ਐਲਾਨੀਆਂ ਇਹ ਬੋਲ ਨੇ, ਨਾ ਹਮ ਹਿੰਦੂ ਨਾ ਮੁਸਲਮਾਨ, ਅਲਹਿ ਰਾਮ ਕੇ ਪਿੰਡ ਪਰਾਨ। ਇਹ ਭਗਤ ਕਬੀਰ ਦੇ ਬੋਲ। ਮੈਂ ਹਿੰਦੂ ਨਹੀਂ ਹਾਂ, ਮੈਂ ਮੁਸਲਿਮ ਵੀ ਨਹੀਂ ਹਾਂ। ਪੰਡਿਤ ਮੂਲਾ ਜੋ ਲਿਖ ਦਿਆ, ਛਾੜ ਚਲੇ ਹਮ ਕਿਛੋ ਨਾ ਲਿਆ। ਮੇਰਾ ਧਾਰਮਿਕ ਰਹਿਬਰ ਪੰਡਿਤ ਨਹੀਂ ਹੈ और मेरा धार्मिक रहबर मौलवी भी नहीं है। मैं इन्हां दे पिछे चलण वाला नहीं, क्योंकि मैं हिंदू नहीं मुसलमान नहीं। पर अल्लाह जपण दे च मैनू कोई एतराज नहीं, राम राम कहण दे च मैनू कोई हर्ज नहीं। अल्लाह राम के पिंड परान। ये शरीर ये प्राण अल्लाह दे ने, राम दे ने, पर मैं हिंदू मुस्लिम नहीं हाँ। तार्किक लोगों ने एक दिन कह दिता, कबीर तू कदे नमाज पढ़न नहीं आउंदा, खुदा दा नां लिया कर, बंदगी करिया कर, तैनू कदी मस्जिद विच नहीं देखिया। पता है कबीर की कहंदे ने, देही महजिद
ਮਨ ਮੌਲਾਣਾ ਸਹਿਜ ਨਿਮਾਜ਼ ਗੁਜ਼ਾਰੇ। ਸਾਡੀ ਦੇਹੀ ਮਸਜਿਦ ਬਣ ਗਈ, ਸਾਡਾ ਮਨ ਮੌਲਵੀ ਬਣ ਗਿਆ। ਤੁਸੀਂ 5 ਵਕਤ ਨਮਾਜ਼ ਪੜ੍ਹਦੇ ਹੋਵੋਗੇ, ਅਸੀਂ ਹਰ ਵਕਤ ਪੜ੍ਹਦੇ ਹਾਂ। ਸਾਡੀ ਕਾਇਆ ਮਸਜਿਦ ਬਣ ਗਈ। ਭਗਤ ਪੀਪਾ ਜੀ ਕਹਿੰਦੇ ਨੇ, ਕਾਇਓ ਦੇਵਲ ਕਾਇਓ ਦੇਵਲ, ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ। ਮੇਰੀ ਕਾਇਆ ਦੇਵਲ ਬਣ ਗਈ ਹੈ, ਦੇਵਤਾ ਪ੍ਰਗਟ ਹੋ ਗਏ। ਕਾਇਆ ਹਰੀ ਮੰਦਰ ਬਣ ਗਈ ਹੈ। ਮੰਦਰ ਦੇ ਵਿੱਚ ਇਸ ਵਾਸਤੇ ਜਾਣਾ ਹੈ ਕਿਸੇ ਦਿਨ ਜ਼ਿੰਦਗੀ ਹਰੀ ਮੰਦਰ ਬਣ ਜਾਏ। ਹਰੀ ਮੰਦਰ ਇਹੋ ਸਰੀਰ ਹੈ ਤਿਸ ਵਿੱਚ ਸੱਚੇ ਕਾ ਵਾਸ। ਮਸਜਿਦ ਦੇ ਵਿੱਚ ਇਸ ਵਾਸਤੇ ਜਾਣਾ ਹੈ ਕਿਸੇ ਦਿਨ ਜ਼ਿੰਦਗੀ ਖਾਨਾ ਖੁਦਾ ਬਣ ਜਾਏ। ਗੁਰਦੁਆਰੇ ਇਸ ਵਾਸਤੇ ਜਾਣਾ ਹੈ ਕਿ ਦਿਨ ਜੀਵਨ ਗੁਰੂ ਦਾ ਰੂਪ ਹੋ ਜਾਏ ਤੇ ਗੁਰੂ ਮਾਣ ਨਾਲ ਕਹਿ ਦੇ ਮੇਰਾ ਆਪਣਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਮੰਦਰ ਮਸਜਿਦ ਕਿਸ ਵਾਸਤੇ ਜਾਂਦੇ ਆ? ਪਰਮਾਤਮਾ ਯਾਦ ਆਵੇ। ਪਰ ਯਕੀਨ ਜਾਣੋ ਜਿਹਦੀ ਜ਼ਿੰਦਗੀ ਹਰੀ ਮੰਦਰ ਹੋ ਜਾਏ ਉਹਨੂੰ ਵੇਖ ਕੇ ਵੀ ਰੱਬ ਯਾਦ ਆਉਂਦਾ। ਇਸ ਵਾਸਤੇ ਅਸੀਂ ਅਰਦਾਸ ਦੇ 'ਚ ਸ਼ਬਦ ਐਡ ਕੀਤੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਜਿਨ੍ਹਾਂ ਦੀ ਜ਼ਿੰਦਗੀ ਹਰੀ ਮੰਦਰ ਹੋ ਗਈ, ਜਿਨ੍ਹਾਂ ਦਾ ਜੀਵਨ ਗੁਰੂ ਵਰਗਾ ਹੋ ਗਿਆ ਔਰ ਗੁਰੂ ਮਾਣ ਨਾਲ ਕਵੇ ਮੇਰਾ ਹੈ, ਮੇਰਾ ਆਪਣਾ ਹੀ ਰੂਪ। ਗੁਰਦੁਆਰੇ ਗਿਆ ਹੋਇਆ ਉਸ ਦਿਨ ਸਫਲ ਸਮਝ ਲਓ ਜਿਸ ਦਿਨ ਮਨੁੱਖ ਗੁਰੂ ਦਾ ਰੂਪ ਹੋ ਜਾਂਦਾ ਹੈ। ਉਸ ਤੋਂ ਪਹਿਲੇ ਨਹੀਂ। ਉਸ ਤੋਂ ਪਹਿਲੇ ਰਸਤੇ 'ਚ ਆ, ਅਜੇ ਪਹੁੰਚਿਆ ਕੋਈ ਨਹੀਂ। ਮੰਦਰ ਗਿਆ ਹੋਇਆ ਉਸੇ ਦਾ ਹੀ ਸਫਲ ਜਿਹਦੀ ਜ਼ਿੰਦਗੀ ਹਰੀ ਮੰਦਰ ਬਣ ਜਾਏ। ਨਮਾਜ਼ ਪੜ੍ਹੀ ਹੋਈ ਉਸੇ ਦੀ ਸਫਲ ਜਿਹਦੀ ਜ਼ਿੰਦਗੀ ਖਾਨਾ ਖੁਦਾ ਬਣ ਜਾਏ। ਭਗਤ ਕਬੀਰ ਇਸ ਤਰ੍ਹਾਂ ਕਹਿੰਦੇ ਨੇ, ਦੇਹੀ ਮਸਜਿਦ, ਮੇਰੀ ਦੇਹੀ ਮਸਜਿਦ ਬਣ ਗਈ ਹੈ। ਤਾਂ ਮੁਖਤਸਰ ਮੈਂ ਅਰਜ਼ ਕਰਾਂ, ਜਿਸ ਦਿਨ ਨੌ ਨਿਧ ਨਾਮ ਪ੍ਰਗਟ ਹੋ ਜਾਂਦਾ ਹੈ ਕਾਇਆ ਹਰੀ ਮੰਦਰ ਬਣ ਜਾਂਦੀ ਹੈ। ਭਗਤ ਪੀਪਾ ਜੀ ਇਹੀ ਕਹਿ ਰਹੇ ਨੇ, ਕਾਇਆ ਬਹੁਖੰਡ ਖੋਜਤੇ ਨੌ ਨਿਧ ਪਾਈ, ਨਾ ਕਛ ਆਏ ਬੋ ਨਾ ਕਛ ਜਾਏ ਬੋ, ਰਾਮ ਕੀ ਦੁਹਾਈ। ਕਾਇਆ ਦੀ ਖੋਜ ਕਰਦਿਆਂ ਕਰਦਿਆਂ ਨੌ ਨਿਧ ਵਸਤੂ ਸਾਨੂੰ ਪ੍ਰਾਪਤ ਹੋ ਗਈ। ਤੇ ਨੌ ਨਿਧੀਆਂ ਕੀ ਨੇ? ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਤਾਂ ਹੁਣ ਮੈਂ ਮੂਲ ਨੁਕਤਾ ਤੁਹਾਡੇ ਸਾਹਮਣੇ ਰੱਖਾਂ। ਖੋਜੀ ਬਿਰਤੀਆਂ ਤੇ ਮਨੁੱਖ ਕੋਲ ਜਨਮ ਤੋਂ ਹੀ ਨੇ। ਇਹਦੀ ਅੱਖ ਖੁੱਲਦੀ ਹੈ ਤੇ ਕੁਝ ਲੱਭਦਾ ਹੈ, ਕੁਝ ਤਲਾਸ਼ ਕਰ ਰਿਹਾ ਹੈ। ਜੀਵਨ ਭਰ ਤਲਾਸ਼ ਕਰਦਾ ਹੈ ਮਨੁੱਖ। ਖੋਜ ਖੋਜ ਕੇ ਜੋ ਲੱਭਿਆ ਉਸ ਨਾਲ ਤ੍ਰਿਪਤੀ ਨਹੀਂ ਹੋਈ, ਤੇ ਤ੍ਰਿਪਤੀ ਕਿਵੇਂ ਹੋਣੀ ਹੈ ਇਸ ਦਾ ਪਤਾ ਵੀ ਕੋਈ ਨਹੀਂ। ਤ੍ਰਿਪਤੀ ਨੂੰ ਰਜੇਵਾਂ ਕਹਿੰਦੇ ਨੇ। ਜੋ ਰੱਜ ਜਾਏ ਰਾਜਾ, ਹਰ ਮਨੁੱਖ ਰਾਜਾ ਹੋਣਾ ਚਾਹੁੰਦਾ ਹੈ। ਜੋ ਭੁੱਖਾ ਉਹਨੂੰ ਬੁਖਾਰੀ ਕਹਿੰਦੇ ਨੇ। ਜੋ ਰੱਜ ਗਿਆ ਰਾਜਾ। ਰਾਜੇ ਦੇ ਅਰਥ ਇੰਨੇ ਨੇ। ਰਾਜੇ ਦੇ ਅਰਥ ਹੁਕਮਰਾਨ ਨਹੀਂ ਹੈ। ਪ੍ਰਭ ਜੀ ਤੇਰੀ ਦਾਤੀ ਰਾਜਾ, ਇਹ ਪ੍ਰਭੂ ਤੇਰੀ ਦਾਤ ਨਾਲ ਮੈਂ ਰੱਜ ਸਕਦਾ। ਜੋ ਰੱਜ ਗਿਆ ਤ੍ਰਿਪਤ ਹੋ ਗਿਆ ਰਾਜਾ। ਔਰ ਜਿਸ ਦੇ ਅੰਦਰ ਮੰਗ ਚੱਲ ਹੀ ਰਹੀ ਹੈ ਬਿਖਾਰੀ ਹੈ, ਮੰਗਤਾ ਹੈ। ਇੱਕ ਗਾਥਾ ਹੈ, ਇੱਕ ਸੂਫੀ ਸੰਤ, ਉਹਨੂੰ ਕਿਧਰੇ ਪਿੰਡ ਦੇ ਵਸਨੀਕਾਂ ਨੇ ਕਿਹਾ ਤੂੰ ਅਕਬਰ ਕੋਲ ਜਾ, ਸਾਡੇ ਪਿੰਡ ਦੇ ਵਿੱਚ ਮਦਰਸਾ ਨਹੀਂ ਹੈ, ਸਕੂਲ ਨਹੀਂ ਹੈ, ਤੇ ਤੇਰਾ ਮਾਣ ਸਨਮਾਨ ਬੜਾ ਹੈ। ਤੇਰੇ ਕਹਿਣ ਨਾਲ ਅਕਬਰ ਨੇ ਸਾਡੇ ਪਿੰਡ ਦੇ ਵਿੱਚ ਮਦਰਸਾ ਬਣਾ ਦੇਣਾ ਹੈ, ਬੱਚਿਆਂ ਦੀ ਪੜ੍ਹਾਈ ਦਾ ਸਾਧਨ ਹੋ ਜਾਣਾ ਹੈ, ਤੂੰ ਜਾ। ਇਹ ਫਕੀਰ ਸੁਤੇ ਸਵੇਰੇ ਪਹੁੰਚ ਗਿਆ, ਪਰ ਉਦੋਂ ਅਕਬਰ ਦੁਆ ਦੇ ਸੀ ਔਰ ਕਹਿ ਰਿਹਾ ਸੀ, ਹੇ ਖੁਦਾਵੰਦ ਤਾਲਾ ਤੂੰ ਮੇਰਾ ਰਾਜ ਪਾਠ ਹੋਰ ਵਧਾ, ਮੇਰੇ ਖਜ਼ਾਨੇ ਹੋਰ ਭਰ, ਮੈਨੂੰ ਤਾਕਤ ਹੋਰ ਦੇ, ਮੈਂ ਵਿਸ਼ਵ ਜੇਤੂ ਬਣਾ। ਇਸ ਤਰ੍ਹਾਂ ਉਹ ਮੰਗ ਰਿਹਾ ਸੀ। ਫਕੀਰ ਕਹਿੰਦਾ ਹੈ ਮੈਂ ਤੇ ਰਾਜੇ ਕੋਲ ਆਇਆ ਸੀ ਤੇ ਭੁਲੇਖੇ ਨਾਲ ਮੰਗਤੇ ਕੋਲ ਆ ਗਏ। ਇਹ ਤੇ ਆਪ ਪਿਆ ਮੰਗਦਾ ਹੈ, ਇਹ ਤੇ ਆਪ ਮੰਗ ਰਿਹਾ। ਜੋ ਵਾਪਸ ਹੋਇਆ ਅਕਬਰ ਨੂੰ ਵੀ ਮਹਿਸੂਸ ਹੋਇਆ ਕੋਈ ਆਇਆ ਹੈ ਪਿੱਛੇ ਔਰ ਮੁੜ ਰਿਹਾ ਹੈ।
देखिया पिछे महान सूफी संत हजरत निजामुद्दीन दा चेला रोकिया, फकीर साईं आए हो, दसो कोई कम की चाहिदा है? कहने कुछ नहीं चाहिए, हूँ जिस तो तू मंग रहा सी ना उसे तो मंगांगा, जा तू अपना काम कर। जिस दे अंदर मंग जा रही है मंगता है, जो रज गया है राजा है। इस वास्ते गुरबाणी कहती है मनुख रजेवा लभ रहा और कुछ भी नहीं लभ रहा, तृप्ति लभ रहा, खोज रहा है। सब तो पहले मनुख ने खोज दा कम जमीन तो शुरू किया। जमीन ने अन्न दिता है, धन दिता है, तरह तरह की मैदनियात झोली दे च पाई है। जमीन अजे भी बहुत कुछ दे रही है लेकिन मनुख रजिया नहीं है, नहीं तृप्त होया। फिर मनुख इन्हें पहाड़ां दे सीने चीरे, पहाड़ां दे चों सोना मिलिया, चांदी मिली, हीरे मिले, जवाहरात मिले, मूंगे मिले, नीलम मिले, पन्ने मिले, लोहा मिले, तांबा मिले, बड़ा कुछ पहाड़ां ने मनुख दी झोली च पाया है और दे रहे हैं। लेकिन मनुख रजिया नहीं है, पहाड़ भी नहीं रजा सके, जमीन भी नहीं रजा सकी। फिर मनुख ने सागरां दे पानी नूं छाणिया, समुंदर नूं छाणिया, तरह तरह की सौगात मैदनियात सागर ने भी मनुख की झोली च पाई है, बहुत कुछ पाई है और बहुत कुछ सागर भी दे रहे हैं। लेकिन मनुख नहीं रजिया। इन्ना वड्डा सागर, 3 हिस्से समुंदर है, 1 हिस्सा जमीन है। ना ये समुंदर मनुख नूं रजा सके, ना ये धरती, ना ये पहाड़। फिर मनुख दियां नजरां जिहड़ियां ने आसमान ते गईयां। सब तो नेड़े ग्रह सी चंद्रमा। तो फिर ये सोचिया शायद उत्थों कुछ लभे और असी माला माल हो जाइए। उस वक्त दियां 2 हुकूमतां रशिया ते अमेरिका, सैकड़े साइंटिस्ट दिन रात दिमाग खपांदे रहे, हजारां टेक्नीशियन जुड़े रहे, अरबां खरबां डॉलर खर्च होए 2 मुल्कां दे। चोटी दे सियाणे साइंटिस्ट दिन रात मगज खपाई करते रहे। कितने इंजीनियर, कितने टेक्नीशियन, कितनी लेबर दिन रात लगी रही। अरबां खरबां डॉलर 2 मुल्कां दे खर्च होए तां किधरे मनुख एक दिन चंद्रमा ते पहुंचण दे सफल होया। जिस दिन मनुख दे पैर चन्न ते टिके सन, सारी दुनिया दे हुलास दी लहर दौड़ गई सी। दुनिया बहुत खुश, मनुख चन्न ते पहुंच गया, चंद्रमा ते पहुंच गया। उन्हां दिनां दे एक महान उर्दू दा माया नाज शायर जिंदा सी, जिगर मुरादाबादी, हुण ते नहीं है। उदी जबान चो एक बोल निकलिया, आसमानों की तमन्ना करने वाले जमीन भी हाथ से जाती रहेगी। तू चंद्रमा ते रहने की कोशिश कर रहे हैं, तेनू ते जमीन दे उत्ते भी रहने की जाच नहीं आई। जिहो जिहां दा नरक तू जमीन ते बनाया है, उहो जिहां दा नरक तू आसमान ते बनाएगा। और की करेगा? उत्थे भी वितकरे ले जाएगा, उत्थे भी खून खराबे ले जाएंगे, उत्थे भी तू अपना अहंकार ले जाएगा, उत्थे भी तू जात पात दे झगड़े ले जाएगा, उत्थे भी फोका अहंकार ले जाएगा। चंद्रमा दी धरती नू भी खून नाल रंगेगा। और की करेगा? आसमानों की तमन्ना करने वाले जमीन भी हाथ से जाती रहेगी। भावें अरबां खरबां डॉलर खर्च होए, भावें कई साल मेहनत होई, ते सियाणियां साणियां ने सिर खपाया, पर लियाए उथों की मुट्ठी भर रेत ही लियाए और कुछ नहीं। वो मैं रेत देखी है, होस्टन दे पई सी साइंस म्यूजियम दे।
मैं देख के दंग रह गया। मैं कहा हद हो गई, इसे ते अरबां खरबां डॉलर खर्च कीते, ऐ मुट्ठी भर रेत लियांदी। ये भारत दे च भी ਉਹ रेत दिखाण वास्ते लिआए सन। प्रगति मैदान दे च 1 महीना पई रही सी, लोकी लैन ला के वेखदे सन, बड़ी लंबी लैन, चंद्रमा दी मिट्टी। मैं कहा हद हो गई, इन्ना खर्च, इतनी मेहनत, लियांदी मुट्ठी भर रेत मिट्टी। हुण मनुख दियां निगाहां मंगल ते ने, शनि ते अगे ने। चंद्रमा तो कुछ नहीं मिलिया, शायद अगों कुछ मिले, तो हुण होर अगे जाण दी कोशिश पे करदे ने। धन गुरु नानक देव जी महाराज दी बाणी कहंदी, किधरे भी चला जा, तेरी लोड़ां दी पूर्ति हो जाएगी, सुख नहीं मिलेगा, नहीं मिलेगा। न जमीन ते मिलेगा, न आसमान ते मिलेगा, न चंद्रमा ते मिलेगा, न मंगल ते मिलेगा। देश बदल ले, घर बदल ले, मुल्क बदल ले, मजहब बदल ले, जात पात तो बदल ले, शहर बदल ले, सुख नहीं मिलेगा। सिर्फ लोड़ां दी पूर्ति होगी। फिर किवें मिलेगा, कित्थों मिलेगा? तो साहब कहंदे ने, एक है जगह ऐसी, अगर तू खोजें मिलेगा। खोज करदे आ उंज नहीं, लेकिन मिलेगा। वो कित्थे है जिथों मैं खोज करां ते रज जावां? साहिब कहंदे ने, इस मन को कोई खोजो भाई, मन खोजत नाम नौ निध पाई। अगर 10,000 किधरे सत्संगी बैठे होण किसी भी धार्मिक मंदिर दे, कोई एक अद हुंदा है मन की खोज करने वाला, बाकी नहीं, बाकी नहीं, कोई एक अद। ये गिणती है, निराशाजनक है। इस वास्ते हज़ारां साल पहले भी कोई कोरोना च एक अद भगत हुंदा सी, रब नाल जुड़े होया, अज भी उतने ने। मैं ये नहीं कहता धरती खाली है, अज भी हैं, पर 6 अरब के करीब जमीन ते मनुख पे वसदे ने। 600 मनुखों तो ज्यादा नहीं होंगे, बस इतने। ये तो कुछ भी ना हुई, ये तो औसत कुछ भी नहीं है। यकीन नहीं बजदा कि मन दे चों सुख मिलेगा, आनंद मिलेगा, महारस मिलेगा, खेड़ा ते खुशी मिलेगी। भगतां संतां ने ते ऐसा कहा सानू, अवतार ते यही कहंदे रहे ने, लोड़ां दी पूर्ति बाहरों कर, आत्मिक आनंद तू अंदरों ले, खुशियां तू अंदरों ले, खेड़ा तू अंदरों ले। इस मन को कोई खोजो भाई, मन खोजत नाम नौ निध पाई। निजाम हैदराबाद ने बहुत वड्डा मुशायरा रखिया। उस मुशायरे च मिर्जा गालिब भी पहुंचे सी। पुरानी गल ते गालिब अपने जमाने का बड़ा मायानाज शायर सी। इकबाल भी कहता है कि गालिब नूं पढ़ के मैनूं पता चलिया है कि मनुख का दिमाग कितना उच्चा सोच सकता है तो कितना गहरा सोच सकता है। कहता इस बंदे नूं पढ़ के पता चले, उंज नहीं पता मैनूं चलना सी। कहता मैं भुलेखे च रहना सी, पर इनू पढ़ के मैनूं हौसला मिलिया है कि मनुख इतना गहराई च भी जा सकता है, इतना बुलंद भी जा सकता है। जिहड़ी गल उच्ची होवेगी वो गहरी भी होएगी। जिस दरख्त ने अपनियां शाखावां नूं आसमान तक लै जाना है, उन्होंने अपनियां जड़ां पाताल तक लै जानियां पैंदियां। ये रब्बी नियम है। जो दरख्त गहरा नहीं जा सकता, वो दरख्त उच्चा भी नहीं उठ सकेगा। जो गल गहरी नहीं वो उच्ची भी नहीं, और जो उच्ची नहीं वो गहरी भी नहीं। इकबाल कहता इस बंदे नूं पढ़ के मैनूं पता चलिया कि मनुख इतना गहरा भी जा सकता है, इतना बुलंदियां नूं भी छू सकता है। लेकिन आर्थिक तौर पर खुददार होने करके बड़ा मुफलिस सी गालिब, अत्यंत मुफलिस। मुशायरे तो बाहर आया तो एक खानवार पहाड़ां दे सीने चीर के हीरे लभदा हुंदा सी। अजे भी गोलकुंडा दीयां पहाड़ियां दे लोकी लभदे ने। भारत दे एक शहर का नाम है पन्ना, मध्य भारत का शहर। उस शहर का नाम है पन्ना। कोई 30,000 बंदे उन्हां दा धंधा ही है, उत्थे हीरे पन्ने लभदे रहिंदे ने, पहाड़ां च मिलदे ने, छोटे छोटे ते
ਬਥੇਰਿਆਂ ਨੂੰ ਮਿਲਦੇ ਨੇ, ਕਦੀ ਕਦਾਈ ਕਿਸੇ ਨੂੰ ਵੱਡਾ ਵੀ ਲੱਭ ਜਾਂਦਾ ਹੈ। ਉਸ ਸ਼ਹਿਰ ਦਾ ਨਾਂ ਹੀ ਹੈ ਪੰਨਾ। ਇਹ ਕੰਮ ਧੰਦਾ ਹੀ ਇਹੀ ਹੈ। 30,000 ਬੰਦਿਆਂ ਦੀ ਰੋਜ਼ੀ ਇਸੇ ਤੇ ਹੀ ਹੈ। ਪਹਾੜ ਦੇ ਚੋਂ ਹੀਰੇ ਲੱਭਦੇ ਰਹਿੰਦੇ, ਪੰਨੇ ਲੱਭਦੇ ਰਹਿੰਦੇ। ਤੇ ਹੈਦਰਾਬਾਦ ਦੇ ਨੇੜੇ ਵੀ ਇਸ ਤਰ੍ਹਾਂ ਦੇ ਖੋਜੀ ਬੰਦੇ ਪਹਾੜਾਂ ਦੀ ਖੁਦਾਈ ਕਰਕੇ ਲੱਭਦੇ ਰਹਿੰਦੇ। ਉਸ ਖਾਨਵਾਰ ਨੇ ਗਾਲਿਬ ਨੂੰ ਕਿਹਾ, ਤੂੰ ਮੇਰਾ ਸ਼ਾਗਿਰਦ ਬਣ, ਮੈਂ ਤੈਨੂੰ ਦੱਸਾਂਗਾ ਪਹਾੜਾਂ ਦੇ ਸੀਨੇ ਚੀਰ ਕੇ ਹੀਰੇ ਕਿਵੇਂ ਲੱਭੀ ਦੇਣਾ, ਪੰਨੇ ਕਿਵੇਂ ਲੱਭੀ ਦੇਣਾ, ਜਵਾਹਰ ਕਿਵੇਂ ਲੱਭੀ ਦੇਣਾ, ਔਰ ਤੂੰ ਮਾਲਾ ਮਾਲ ਹੋ ਜਾਏਗਾ। ਗਾਲਿਬ ਕਹਿਣ ਲੱਗਾ, ਮਿੱਤਰਾ ਫਿਰ ਤੂੰ ਮੇਰਾ ਸ਼ਾਗਿਰਦ ਬਣ, ਮੈਂ ਤੈਨੂੰ ਦੱਸਾਂਗਾ ਆਪਣਾ ਹੀ ਸੀਨਾ ਚੀਰ ਕੇ ਖੁਦਾਈ ਕਲਾਮ ਕਿਵੇਂ ਕੱਢੀਦਾ, ਰੱਬੀ ਗਿਆਨ ਕਿਵੇਂ ਕੱਢੀਦਾ, ਮੈਂ ਤੈਨੂੰ ਦੱਸਾਂਗਾ, ਤੂੰ ਮੇਰਾ ਚੇਲਾ ਬਣ। बड़े कीमती बोल उसने आखे ने, सुखन क्या कह नहीं सकते, जोया हूं जो जौहर का, जिगर क्या हम नहीं रखते, जो खोदे जाके मैदन को। कहता पहाड़ां दे सीने ते मैं तां चीरां जे मैं अपना सीना ना रखदा। तू चीर पहाड़ां दे सीने, चमकदे पत्थर तैनू मिलणगे, मैं चीरांगा अपना सीना, चमकदा होया खुदा मैनू मिलेगा, रब्बी नूर मैनू मिलेगा, ਰੱਬੀ ਗਿਆਨ ਮੈਨੂੰ ਮਿਲੇਗਾ। ਹਿੰਦੂਆਂ ਨੂੰ ਸਮਝਾਉਣ ਦਾ ਤੇ ਕਹਿਣ ਦਾ ਢੰਗ ਨਹੀਂ ਆਇਆ ਬਈ ਹਨੂਮਾਨ ਨੇ ਆਪਣਾ ਸੀਨਾ ਚੀਰਿਆ ਔਰ ਰਾਮ ਨੂੰ ਪ੍ਰਗਟ ਕੀਤਾ। ਗੱਲ ਉਹੀ ਹੈ ਹਨੂਮਾਨ ਦੇ ਨਾਲ ਵੀ ਜੋ ਗਾਲਿਬ ਕਹਿ ਰਿਹਾ, ਪਰ ਮੈਂ ਇਤਿਹਾਸ ਜੋੜ ਦਿੱਤਾ ਹੈ। ਕਹਿੰਦੇ ਨੇ ਪ੍ਰਸੰਨ ਹੋ ਕੇ, ਖੁਸ਼ ਹੋ ਕੇ सीता ने अपने गल चो मोतियां दी माला उतार के हनुमान नूं दे दित्ती भी तूं मदद बहुत कीती, सेवा बहुत कीती, ऐ लै। ताजपोशी दे समय जद राम दी ताजपोशी हो रही सी अयोध्या दे विच, ये बारों 2 पत्थर चुक ले आया ते माला दा एक मोती कढ़ के ना पत्थर ते रख के तोड़दा है, फिर दूजा तोड़दा है, फिर तीजा तोड़दा है। सीता दी जबान चो निकलिया वानर है। आखिर बंदर नहीं सी जिन्हों जंगली मनुख असी कहते हैं, वन नर, जंगल दे च रहण वाला नर, शहर दे च रहण वाला नहीं, पिंड दे च रहण वाला नहीं, वानर वन दे च रहण वाला, वन दे च रहण वाला, वन नर जंगल दा आदमी, जंगल दे च रहण वाला, बंदर नहीं सी, मनुख से। और इस तरह की उच्ची जिंदगी ते सोचनी किसी मनुख दे नाल ही उम्मीद जोड़ी जा सकती, बंदरां नाल नहीं। सीता ने कहा, हनुमंत इतनी कीमती तेनों मैं माला दिती, और ये माला राम नूं भी बड़ी प्यारी, उन्होंने तोहफा जान के मैनों दिती ते मैं तेरी सेवा ते खुश होके तैनू दिती। तू मेरे सामने इस माला दी दिती हुई सौगात दी तोहिन कर रहे हैं, तोड़ी जा रहे हैं, तोड़ी जा रहे हैं, क्यों? हनुमान कहंदे ने मैं राम देख रहा, इहदे च राम है कि नहीं। तो सीता कहंदी इतनी समझ होनी चाहिए है, जड़ चीज दे च राम नहीं आउंदा, मोती जड़ ने, जड़ दे च राम नहीं आउंदा, इतनी तो समझ होनी चाहिए। माला चुक के परे पवाई, कहने लगे जेदे च राम नहीं तो फिर मैं की करना, ऐ लो फिर। तो सीता भी पढ़ी लिखी सूझवान, कहने लगे हनुमंत इस शरीर जड़ है, पंजे दे पंजे तत्त जड़ ने, अग्नि जड़ है, पानी जड़ है, पृथ्वी जड़ है, आकाश जड़ है, पवन जड़ है, ते पंज तत्तां दा ये शरीर है। ते जिस दे च राम नहीं है तो कहंदा मैनू नहीं चाहिए, तो फिर शरीर क्यों रखे, ये भी जड़ है, इनू क्यों चुकी फिरदा। वो थोड़ी रोस दे चाहिए भाई एक तो गलती की थी इसने, मैं इतनी कीमती सौगात दी इसने तोड़ी, ते उल्टा जिहड़ी गल कर रहा वो ना समझी दी है, ना समझी दी नहीं कर रहा सी। ये शरीर जड़ है, फिर ये क्यों रखे होया है।
ਹਨੂਮਾਨ ਕਹਿੰਦਾ ਮਾਂ ਗੱਲ ਸੁਣ, ਅਗਰ ਸਰੀਰ ਦੇ ਚ ਰਾਮ ਨਹੀਂ ਤਾਂ ਮੈਨੂੰ ਇਸ ਸਰੀਰ ਦੀ ਵੀ ਲੋੜ ਨਹੀਂ, ਮੈਂ ਇਹਦੇ ਵੀ ਟੁਕੜੇ ਕਰ ਦਿਆਂ। ਕਹਿੰਦੇ ਨੇ ਇਤਨਾ ਜਜ਼ਬਿਆਂ ਨਾਲ ਭਰਿਆ ਹੈ, ਉਹਦੀ ਰੋਮ ਰੋਮ ਜ਼ਬਾਨ ਬਣ ਗਈ, ਹਰ ਰੋਮ ਦੇ ਚੋਂ ਰਾਮ ਦੀ ਧੁਨੀ ਨਿਕਲੀ। ਗੁਰਮੁਖ ਰੋਮ ਰੋਮ ਹਰ ਧਿਆਵੇ। ਕਈ ਦਫਾ ਜਜ਼ਬੇ ਇਤਨੇ ਉਮੜਦੇ ਨੇ, ਪਿਆਰ ਅੰਦਰੋਂ ਇਤਨਾ ਉਮੜਦਾ ਹੈ, ਉਹਨੂੰ ਇੱਕ ਨਿੱਕੀ ਜਿਹੀ ਜ਼ਬਾਨ ਪ੍ਰਗਟ ਕਰਨ ਦੇ ਚ ਅਸਮਰਥ ਹੋ ਜਾਂਦੀ ਹੈ। ਜਿਵੇਂ ਪਿੱਛੇ ਹੜ ਆ ਰਿਹਾ ਹੋਵੇ ਪਾਣੀ ਦਾ, ਤੇ ਉਹਨੂੰ ਕਿਧਰੇ 1 ਇੰਚ ਪਾਈਪ ਦੇ ਚ ਜੋ ਹੈ ਲੰਗਾਈਏ, ਉਸਨੂੰ ਗੁਜ਼ਾਰੀਏ, ਕਿੱਥੇ ਇੰਨਾ ਪਿੱਛੇ ਹੜ ਆ ਰਿਹਾ। ਜਜ਼ਬਿਆਂ ਦਾ ਹੜ, ਭਾਵਨਾਵਾਂ ਦਾ ਹੜ, ਪ੍ਰੇਮ ਦਾ ਹੜ ਜਦ ਉਛਲ ਪੈਂਦਾ ਹੈ, ਇਹ ਜ਼ਬਾਨ ਛੋਟੀ ਪੈ ਜਾਂਦੀ ਹੈ, ਇੱਕ ਇੱਕ ਰੋਮ ਰਸਨਾ ਬਣ ਜਾਂਦੀ ਹੈ। ਮੈਂ ਗ੍ਰੰਥਾਂ ਦੇ ਵਿੱਚ ਪੜ੍ਹਿਆ ਐਸਾ ਸੀ, ਪਰ ਮੇਰੀ ਤਰਕ ਬੁੱਧੀ ਰਹੀ ਹੈ, ਬਚਪਨ ਤੋਂ ਮੈਂ ਮੰਨਦਾ ਨਹੀਂ ਸੀ, ਐਸਾ ਮੈਂ ਮੰਨਦਾ ਨਹੀਂ ਸੀ। ਪੜ੍ਹਿਆ ਮੈਂ ਸਵਾਮੀ ਰਾਮ ਤੀਰਥ ਬਾਰੇ ਵੀ ਸੀ, ਪੜ੍ਹਿਆ ਮੈਂ ਸੰਤ ਬਾਬਾ ਅਤਰ ਸਿੰਘ ਬਾਰੇ ਵੀ ਸੀ। ਸੇਵਾਦਾਰ ਰਾਤ ਨੂੰ ਸੰਤ ਬਾਬਾ ਅਤਰ ਸਿੰਘ ਦੇ ਕਮਰੇ ਚਲਾ ਗਿਆ ਇਸ ਵਾਸਤੇ, ਕਮਰੇ 'ਚ ਆਵਾਜ਼ ਆ ਰਹੀ ਸੀ, ਵਾਹਿਗੁਰੂ ਵਾਹਿਗੁਰੂ। ਤੇ ਸੇਵਾਦਾਰ ਨੇ ਸੋਚਿਆ ਬਾਬਾ ਜੀ ਤੇ ਸੌਂ ਰਹੇ ਨੇ, ਨੀਂਦ ਦੇ 'ਚ ਨੇ, ਕੋਈ ਹੋਰ ਆਦਮੀ ਚਲਾ ਗਿਆ ਅੰਦਰ, ਵਾਹਿਗੁਰੂ ਵਾਹਿਗੁਰੂ ਜਪ ਰਿਹਾ ਤੇ ਬਾਬਾ ਜੀ ਦੀ ਨੀਂਦ ਖਰਾਬ ਕਰੇਗਾ, ਕਿਸੇ ਹੋਰ ਜਗ੍ਹਾ ਉਸ ਨੂੰ ਬੈਠਣਾ ਚਾਹੀਦਾ। ਇਸ ਬੋਲੇ ਕਿ ਸੇਵਾਦਾਰ ਸੰਤ ਅਤਰ ਸਿੰਘ ਜੀ ਦੇ ਕਮਰੇ ਚਲਾ ਗਿਆ। ਬਈ ਉਹਨੂੰ ਮੈਂ ਕਹਾਂ, ਜੇ ਤੂੰ ਨਾਮ ਜਪਣਾ ਵੀ ਹੈ ਤੇ ਬਾਹਰ ਆ ਕੇ ਬੈਠ, ਕਿਸੇ ਹੋਰ ਕਮਰੇ 'ਚ ਬੈਠ, ਜਿੱਥੇ ਬਾਬਾ ਜੀ ਸੁੱਤੇ ਪਏ ਉੱਥੇ ਜਪਦਾ ਪਏ। ਪਰ ਕਮਰੇ 'ਚ ਕੀ ਦੇਖਦਾ, ਇਕੱਲੇ ਬਾਬਾ ਜੀ ਨੇ, ਔਰ ਸਰੀਰ ਦੇ ਚੋਂ ਆਵਾਜ਼ ਆ ਰਹੀ ਹੈ, ਵਾਹਿਗੁਰੂ ਵਾਹਿਗੁਰੂ। ਮੂੰਹ ਬੰਦ ਸੀ, ਇੱਕ ਇੱਕ ਰੋਮ ਰਸਨਾ ਬਣੀ ਹੋਈ ਸੀ, ਰੋਂਗਟੇ ਖੜੇ ਸਨ। ਅਭਿਆਸੀਆਂ ਕੋਲ ਮੈਂ ਸੁਣਿਆ ਔਰ ਇਹ ਭਗਤ ਮਾਲ ਵਿੱਚ ਪੜ੍ਹਿਆ, ਲੇਕਿਨ ਵਿਸ਼ਵਾਸ ਨਹੀਂ ਬਚਦਾ ਸੀ। ਫਿਰ ਇਹਨਾਂ ਅੱਖਾਂ ਨੇ 1-2 ਪੁਰਸ਼ ਦੇਖੇ ਨੇ, ਔਰ ਅਜੇ ਵੀ ਮੌਜੂਦ, ਜਿਨ੍ਹਾਂ ਦੀ ਮੈਂ ਇਹ ਦਸ਼ਾ ਦੇਖੀ, ਜਿਨ੍ਹਾਂ ਦੀ ਮੈਂ ਇਹ ਹਾਲਤ ਦੇਖੀ। ਐਸੀ ਹਾਲਤ ਦੇਖ ਕੇ ਸਭ ਤੋਂ ਪਹਿਲੇ ਜੋ ਮੈਨੂੰ ਦਿਖਾਈ ਦਿੱਤਾ, ਆਪਣੀ ਭੁੱਲ ਦਿਖਾਈ ਦਿੱਤੀ, ਆਪਣੀ ਮੂਰਖਤਾ ਦਿਖਾਈ ਦਿੱਤੀ। ਮੈਂ ਕਿਹਾ ਨਹੀਂ, ਇਹ ਜੋ ਬਾਣੀ ਕਹਿ ਰਹੀ ਹੈ, ਗੁਰਮੁਖ ਰੋਮ ਰੋਮ ਹਰ ਧਿਆਵੇ। ਗੁਰਮੁਖ ਇਤਨਾ ਜਜ਼ਬਿਆਂ ਨਾਲ ਭਰ ਜਾਂਦਾ ਹੈ, ਇਤਨੀ ਭਾਵਨਾਵਾਂ ਨਾਲ ਭਰ ਜਾਂਦਾ ਹੈ, ਇੱਕ ਜ਼ਬਾਨ ਛੋਟੀ ਪੈ ਜਾਂਦੀ ਹੈ, ਰੋਮ ਰੋਮ ਰਸਨਾ ਬਣ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਥਾਂ ਤੇ ਫਰਿਆਦ ਕੀਤੀ ਹੈ, ਕੋਟ ਕਰਨ ਦੀਜੇ ਪ੍ਰਭ ਸੁਆਮੀ, ਹਰ ਜਸ ਸੁਣੀਏ ਅਬਨਾਸੀ ਰਾਮ। ਤੂੰ 2 ਕੰਨ ਦਿੱਤੇ ਨੇ ਮੈਨੂੰ, ਇੱਕੋ ਹੀ ਥਾਂ ਮੈਂ ਤੇਰਾ ਜਸ ਸੁਣ ਸਕਦਾ। ਚਾਰੋਂ ਪਾਸੇ ਜਿੱਥੇ ਵੀ ਪੁਰਾਣ ਰਾਹੀਂ, ਕੁਰਾਨ ਰਾਹੀਂ, ਕਿਸੇ ਵੀ ਸੰਤ ਦੇ ਕਲਾਮ ਰਾਹੀਂ, ਇਹ ਪ੍ਰਭੂ ਤੇਰੀ ਸਦਾ ਗੂੰਜ ਰਹੀ ਹੋਵੇ, ਤੇਰੇ ਨਾਮ ਦੀ ਚਰਚਾ ਹੋ ਰਹੀ ਹੋਵੇ, ਮੈਂ ਸੁਣਨਾ ਚਾਹੁੰਦਾ। ਤੂੰ ਸਿਰਫ 2 ਹੀ ਕੰਨ ਦਿੱਤੇ ਨੇ, ਇੱਕੋ ਹੀ ਜਗ੍ਹਾ ਮੈਂ ਸੁਣ ਸਕਦਾ। ਗੁਰੂ ਅਰਜਨ ਦੇਵ ਜੀ, ਕੋਟ ਕਰਨ ਦੀਜੇ ਪ੍ਰਭ ਸੁਆਮੀ, ਇਹ ਪ੍ਰਭ ਮੈਨੂੰ ਕਰੋੜਾਂ ਕੰਨ ਦੇ, ਇਹਨਾਂ 2 ਕੰਨਾਂ ਨਾਲ ਗੱਲ ਨਹੀਂ ਬਣਦੀ। ਕੀ ਕਰੋਗੇ ਕਰੋੜਾਂ ਕੰਨਾਂ ਦਾ, ਕੀ ਕਰੋਗੇ? ਹਰ ਜਸ ਸੁਣੀਏ ਅਵਨਾਸੀ ਰਾਮ, ਤੇਰੇ ਜਸ ਦੇ 'ਚ ਇਤਨਾ ਆਨੰਦ ਹੈ, ਆਨੰਦ ਹੈ, ਆਨੰਦ ਦਾ ਸਾਗਰ ਹੈ। ਪਰ ਕੀ ਕਰਾਂ, ਕੰਨਾਂ ਦੇ 2 ਕਟੋਰੇ ਬੜੇ ਛੋਟੇ ਨੇ, ਮੈਨੂੰ ਕਰੋੜਾਂ ਕੰਨ ਦੇ, ਮੈਂ ਹਰ ਪਾਸੇ ਸੁਣਾ। ਔਰ ਉਸ ਲੰਬੇ ਚੌੜੇ ਸ਼ਬਦ ਦੇ ਸਤਿਗੁਰ ਨੇ ਮੰਗਿਆ, ਮੈਨੂੰ ਕਰੋੜਾਂ ਜ਼ਬਾਨ ਦੇ, ਕੀ ਇੱਕ ਜ਼ਬਾਨ ਦਿੱਤੀ? ਤੇਰੇ ਨਾਮ ਜਪਣ ਦੇ 'ਚ ਇਤਨਾ ਰਸ, ਇਤਨਾ ਆਨੰਦ, ਇੱਕੋ ਹੀ ਜ਼ਬਾਨ ਤੋਂ ਦੇ ਦਿੱਤੀ, ਮੈਨੂੰ ਕਰੋੜਾਂ ਦੇ। ਭਾਈ ਗੁਰਦਾਸ ਵੀ ਐਸਾ ਕਹਿੰਦੇ ਨੇ ਕਰੋੜਾਂ ਹੀ ਰੋਮ ਨੇ ਸਰੀਰ ਦੇ, ਬਣ ਜਾਂਦੇ ਨੇ, ਇੱਕ ਇੱਕ ਰੋਮ ਰਸਨਾ ਬਣ ਜਾਂਦੀ। ਗੁਰਮੁਖ ਰੋਮ ਰੋਮ ਹਰ ਧਿਆਵੇ। ਟੀੜੀ ਗੜਵਾਲ ਦਾ ਰਾਜਾ ਤੇ ਸਵਾਮੀ ਰਾਮ ਤੀਰਥ ਨੂੰ ਪਾਗਲ ਸਮਝ ਬੈਠਾ ਸੀ, ਉਹਦੇ ਵੀ ਰੋਮ ਰੋਮ ਦੇ ਚੋਂ ਰਾਮ ਦੀ ਧੁਨ ਨਿਕਲੀ ਸੀ। ਰਾਤ ਦਾ ਵਕਤ ਉਹਨਾਂ ਦੇ ਮਹਿਮਾਨ ਖਾਨੇ ਠਹਿਰਾਇਆ ਉਹਨਾਂ ਨੇ, ਪਰ ਇਹ ਧੁਨੀ ਸੁਣ ਕੇ ਰਾਜਾ ਵੀ ਹੈਰਾਨ ਹੋਇਆ, ਮੈਂ ਕੋਈ ਪਾਗਲ ਬੰਦਾ ਤੇ ਨਹੀਂ ਵਾੜ ਲਿਆ।
ਕਿਸੇ ਪਾਗਲ ਬੰਦੇ ਨਾਲ ਤੇ ਦੋਸਤੀ ਨਹੀਂ ਕਰ ਲਈ ਮੈਂ। ਇਹ ਪ੍ਰੋਫੈਸਰ ਪੂਰਨ ਸਿੰਘ ਨੇ ਸਾਰੀ ਵਾਰਤਾ ਲਿਖੀ स्वामी राम तीर्थ ਦੀ। तो ਕਹਿਣ ਤੋਂ ਮੁਰਾਦ ਜਦ ਰੋਮ ਰੋਮ ਦੇ ਚੋਂ ਰਾਮ ਦੀ ਧੁਨ ਪ੍ਰਗਟ ਹੋਈ ਤਾਂ ਹੱਥ ਜੋੜਨੇ ਪੈ ਗਏ ਸੀਤਾ ਨੂੰ ਵੀ। ਹਾਂ, ਸਰੀਰ ਭਾਵੇਂ ਜੜ ਹੈ, ਹਨੂਮੰਤ ਇਸ ਜੜ ਦੇ ਵਿੱਚ ਵੀ ਰਾਮ ਹੈ। ਭਾਵੇਂ ਪੱਥਰ ਜੜ ਹੈ, ਉਸ ਵਿੱਚ ਵੀ ਰਾਮ ਹੈ। ਕੋਈ ਐਸੀ ਜਗ੍ਹਾ ਨਹੀਂ ਜਿਹਦੇ ਚ ਰਾਮ ਨਹੀਂ ਹੈ। ਰਾਮ ਤੋਂ ਬਿਨਾਂ ਕੁਝ ਵੀ ਨਹੀਂ ਹੈ। ਸਭ ਕੁਝ ਤੇ ਰਾਮ ਦੇ ਚ ਹੈ, ਸਭ ਕੁਝ ਤੇ ਪਰਮਾਤਮਾ ਦੇ ਚ ਹੈ। ਉੱਥੇ ਸੀਤਾ ਦੇ ਹੱਥ ਜੁੜ ਗਏ। गालिब कहता है सुखन क्या कह नहीं सकते, जोया हूं जो जौहर का, जिगर क्या हम नहीं रखते, जो खोदे जाके मैदन को। पहाड़ां दे सीने में तां चीरां जिवें अपना सीना नहीं रखता। जद भी प्रभु दा नाम प्रगट होंदा है, अपने सीने चों ही प्रगट होंदा है। खुदाई करनी पैंदी है। ठीक है, मनुख ने जमीन दी खुदाई की थी, जमीन ने बड़ा अन्न धन दिता है, पहाड़ां ने बहुत कुछ दिता है, सागर ने बहुत कुछ दिता है और दे रहा है। आसमान तो अजे ते भावें मनुख मिट्टी ले आए, पता है कल की ले आवे, लेकिन जो कुछ भी ले आएगा लोड़ां दी पूर्ति होवेगी, आनंद नहीं मिलेगा, सुख नहीं मिलेगा। वो ते उस दिन मिलेगा जब जीवन दे च खोज करेगा। तो पातशाह दी बाणी कहती है, इस मन को कोई खोजो भाई, मन खोजत नाम नौ निध पाई। इस दी खोज किवें करिए, किस ढंग नाल करिए, इस नूं लड़ीवार मैं शाम दे समय तुहाडे सामने रखना है, ताकि तुहाडे विच कोई एक अद भी फैसला कर ले भी मैं हुण इस तरह की खोज करनी है। तो फिर एक कथा कीती हुई सफल हो गई, कीता होया सत्संग सफल होया। क्योंकि बथेरियां तो उम्मीद नहीं है। ये भी मैं अर्ज करा, बड़े बड़े अवतारी पुरुषों ने यतन कीते ने, बड़े बड़े संत जना ने यतन कीते ने। मनुख जमीन दे ही लभदा रह जांदा है, बाहर ही लभदा रहिंदा, अपने अंदर झात नहीं मारदा। मैं एक दफा फिर दोहरावां, पदार्थ लभना है, बाहरों लभना पेगा, लभना चाहिए। परमात्मा लभना है, अंदरों लभना पेगा, बाहरों नहीं मिलेगा। बाहर टोले सो भरम बुलाई। गुरु तेग बहादुर साहब जी महाराज कहंदे, काहे रे मन खोजन जाई, सर्ब निवासी सदा अलेपा, तो ही संग समाई। बड़ी कीमती पंक्ति। तन में मनुआ मन में साचा, सो साचा मिल साचे राचा। तन दे च मन है, मन दे च सच है। तन दे च मन है, मन दे च परमात्मा है। खोज करो, और जिस दिन खोज करते हैं उस दिन फिर मन जोत स्वरूप हो जाता है। मन तू जोत स्वरूप है, अपना मूल पछाण। ये खोज किवें करिए, धन गुरु नानक देव जी महाराज दसदे ने, समझाते ने। ये लड़ीवार विचार दास शाम के समय थोड़े सामने रखिया करेगा। कल फिर इसी तरीके नाल हाज़री भरांगे। इत्थे ही समाप्ति।